कैसे कैसे लोग कयास लगा रहे हैं, सड़क पर बैठे निठल्ले बकवास पे बकवास किए जा रहे हैं। अरे वाह। कोई कहता है कि कहर बरपाती है, कोई कहता है कि कहर बरपाती है, कोई कहता है कि बिजली गिराती है जी। वो तो मजदूर की बेटी है साहब, वो तो मजदूर की बेटी है साहब। पिता का बोझ कम हो इसलिए काम पे जाती है। कि रख हिम्मत, कि रख हिम्मत, जिंदगी में एक दिन वो मुकाम आएगा। बहुत अच्छा। कि रख हिम्मत, जिंदगी में एक दिन वो मुकाम आएगा, लोगों के लबों पे तेरा नाम आएगा। क्या बात है, क्या बात है बाबा। कि प्रेम से हर किसी का नाता हो, भाई भाई के दुख में काम आता हो, और बेटी के जन्म पे बाप भी मुस्कुराता हो। मुझे एक ऐसा साजिश चाहिए। सो दोस्तों, ठाकुर जी तो बाद ਆਪਾਂ ਅਮਰਿਤਪਾਲ ਸਿੰਘ ਕੌਫੀ ਜੀ ਤੋਂ ਚੱਲਦੇ ਹਾਂ, ਔਰ ਮੇਰੀ ਇਹਨਾਂ ਨਾਲ ਅੱਜ ਪਹਿਲੀ ਵਾਰ ਇਸ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਹੋ ਰਹੀ ਹੈ। ਔਰ ਪ੍ਰੋਗਰਾਮ ਤੋਂ ਪਹਿਲਾਂ ਸਾਨੂੰ ਕੁਝ ਦੇਰ ਬੈਠਣ ਦਾ ਮੌਕਾ ਮਿਲਿਆ। ਇਹ ਸਾਹਿਤਕਾਰ ਮਤਲਬ ਕਿੱਥੋਂ, ਬੰਬੇ ਦੀ ਧਰਤੀ ਤੋਂ ਕਿਸ ਤਰ੍ਹਾਂ ਪੰਜਾਬ ਆਏ, ਪਟਿਆਲੇ ਆਏ, ਕੀ ਕਾਰਨ ਹੈ, ਔਰ ਇੱਥੇ ਆ ਕੇ ਕਿਸ ਤਰ੍ਹਾਂ ਮਤਲਬ ਇਹਨਾਂ ਨੂੰ ਸਾਹਿਤ ਦੀ ਚੇਟਕ ਲੱਗੀ ਹੈ। ਔਰ ਜਿਵੇਂ ਇਹਨਾਂ ਨੇ ਦੱਸਿਆ ਕਿ ਸ਼ੁਰੂ ਦੇ ਵਿੱਚ ਮੈਂ ਛੋਟੀਆਂ ਛੋਟੀਆਂ ਕਹਾਣੀਆਂ ਲਿਖਿਆ ਕਰਦਾ ਸੀ, ਲੇਕਿਨ ਉਹ ਕਹਾਣੀਆਂ ਲਿਖਣ ਦਾ ਜਨੂਨ ਜਿਹੜਾ ਅੱਜ ਉਹ ਮਹਿਫਲਾਂ ਦਾ ਸ਼ਿੰਗਾਰ ਬਣ ਲੱਗ ਪਏ ਨੇ। ਮੈਂ ਇੱਕ ਵਾਰ ਚੱਲਦਾ ਤੁਹਾਡੇ ਜ਼ੋਰਦਾਰ ਪਿਆਰ ਤੇ ਮੁਹੱਬਤ ਦੇ ਉਸ ਇਜ਼ਹਾਰ ਦੇ ਵਿੱਚ, ਅਮਰਿਤਪਾਲ ਸਿੰਘ ਉਰਫ ਕੌਫੀ। ਬਹੁਤ ਬਹੁਤ ਧੰਨਵਾਦ ਸੋਦਾ ਸਾਹਿਬ ਤੁਹਾਡਾ। ਕੀ ਹਾਲ ਚਾਲ ਨੇ ਸਰ? ਬਹੁਤ ਵਧੀਆ ਸਰ। ਬੰਬੇ ਤੋਂ ਇੱਥੇ ਪਟਿਆਲੇ ਵਿੱਚ ਕਿਸ ਤਰ੍ਹਾਂ ਆਉਣ ਦਾ ਸਬਬ ਬਣਿਆ? ਬੰਬੇ 'ਚ ਮੇਰਾ ਬਰਥ ਹੋਇਆ। ਓਕੇ। ਤੇ ਪੇਰੈਂਟਸ ਸਡਨਲੀ ਉਹਨਾਂ ਨੇ ਡਿਸੀਜਨ ਲਿੱਤਾ ਕਿ ਅਸੀਂ ਪਟਿਆਲੇ ਸ਼ਿਫਟ ਹੋਵਾਂਗੇ। ਸਿੱਧਾ ਪਟਿਆਲੇ? ਹਾਂਜੀ, ਕਿਉਂਕਿ ਮੇਰੇ ਜਿਹੜੇ ਗ੍ਰੈਂਡਫਾਦਰ ਜਾਂ ਮਦਰ ਸੀ ਉਹ ਪਟਿਆਲੇ ਹੀ ਰਹਿੰਦੇ ਸੀ। ਓਕੇ ਓਕੇ ਓਕੇ। ਤੇ ਇਸ ਕਰਕੇ ਉਹਨਾਂ ਨਾਲ ਮੈਨੂੰ ਆਉਣਾ ਸੀ। ਮੈਂ ਛੋਟਾ ਸੀ। ਠੀਕ। ਹੋਰ ਕੋਈ ਆਪਸ਼ਨ ਨਹੀਂ। ਤੁਸੀਂ ਮਤਲਬ ਛੋਟੇ ਵੀ ਸੀਗੇ? ਹਾਂਜੀ, ਮੈਂ ਛੋਟਾ ਵੀ ਸੀ। ਅੱਛਾ, ਆਪਸ਼ਨ ਵੀ ਨਹੀਂ ਸੀ ਕੋਈ। ਜੀ ਜੀ। ਅਮਰਿਤਪਾਲ ਜੀ, ਤੁਸੀਂ ਬੰਬੇ ਤੋਂ ਆਏ ਹੋ, ਫਿਰ ਪੰਜਾਬੀ ਚ ਲਿਖਦੇ ਹੋ ਜਾਂ ਹਿੰਦੀ ਚ ਲਿਖਦੇ ਹੋ? ਮੈਂ ਹਿੰਦੀ ਚ ਹੀ ਲਿਖਦਾ ਵਾਂ। ਅੱਜ ਕੱਲ ਮੈਨੇ ਵੈਸੇ ਪੰਜਾਬੀ ਚ ਵੀ ਸ਼ੁਰੂ ਕੀਤਾ। ਵੈਰੀ ਗੁੱਡ। ਉਹਦਾ ਕਾਰਨ ਹੈ ਕਿ ਹਿੰਦੀ ਵਿੱਚ ਮੇਰੇ ਕੋਲ ਗ੍ਰਾਮਰ ਜ਼ਿਆਦਾ ਹੈ। ਸ਼ਬਦ ਹੈਗੇ। ਕਿਉਂਕਿ ਤੁਸੀਂ ਜਦੋਂ ਕਵਿਤਾ ਜਾਂ ਕਹਾਣੀ ਜਾਂ ਕੁਝ ਲਿਖ ਰਹੇ ਹੋ ਤਾਂ ਤੁਹਾਡੇ ਕੋਲ ਠੇਠ ਸ਼ਬਦ ਹੋਣੇ ਚਾਹੀਦੇ ਜੀ। ਜੇ ਤੁਹਾਡੇ ਮਿਕਸਅਪ ਹੋ ਗਿਆ ਫਿਰ ਸਰੋਤਾਂ ਨੂੰ ਜਾਂ ਤੁਹਾਨੂੰ ਖੁਦ ਨੂੰ ਮਜ਼ਾ ਨਹੀਂ ਆਉਂਦਾ। ਬਹੁਤ ਅੱਛਾ। ਔਰ ਸਭ ਤੋਂ ਪਹਿਲੀ ਗੱਲ, ਜੇ ਤੁਹਾਨੂੰ ਖੁਦ ਨੂੰ ਮਜ਼ਾ ਨਹੀਂ ਆਇਆ ਤਾਂ ਫਿਰ ਸਰੋਤਾਂ ਨੂੰ ਕੀ? ਪਰਿਵਾਰ ਦੇ ਵਿੱਚ ਵੀ ਕੋਈ ਸਾਹਿਤ ਦੇ ਨਾਲ ਪਹਿਲਾਂ ਲਿਖਦੇ ਸੀ? ਤੁਹਾਡੇ ਦਾਦਾ ਪੜਦਾਦਾ? ਨਹੀਂ, ਐਸਾ ਕੋਈ ਮਾਹੌਲ ਨਹੀਂ ਸੀ। ਹਾਂ, ਫਾਦਰ ਸਾਹਿਬ ਥੋੜਾ ਬਹੁਤ ਗਾਉਂਦੇ ਜ਼ਰੂਰ ਸੀ। ਅੱਛਾ। ਹਾਂ, ਇਸ ਲਈ ਥੋੜਾ ਜਿਹਾ ਹੈ। ਕਿਸ ਤਰ੍ਹਾਂ ਦੇ ਗੀਤ ਗਾਉਂਦੇ ਸੀ? ਪੰਜਾਬੀ ਗੀਤ ਗਾਉਂਦੇ ਸੀ। ਮਤਲਬ ਇਹਦਾ ਮਤਲਬ ਪੰਜਾਬੀਅਤ ਕਿਤੇ ਨਾ ਕਿਤੇ ਉਹ ਖਾਨਦਾਨ ਪਰਿਵਾਰ ਚੋਂ ਮਿਲੀ ਹੈ। ਹਾਂਜੀ, ਉਹ ਲਗਾ ਸਕਦੇ। ਬਿਲਕੁਲ ਬਿਲਕੁਲ ਬਿਲਕੁਲ। ਫਿਰ ਇੱਥੇ ਕਦੋਂ ਤੁਸੀਂ ਸਕੂਲਿੰਗ ਵਗੈਰਾ ਕਾਲਜ ਦੇ ਵਿੱਚ? ਸਕੂਲਿੰਗ ਮੇਰੀ 93 94 ਚ ਹੋਈ ਸੀ। ਓਕੇ। ਉਸ ਤੋਂ ਬਾਅਦ 4-5 ਸਾਲ ਸਕੂਲਿੰਗ ਰਹੀ। ਮਤਲਬ ਕਿ ਕਿਉਂਕਿ ਜਦੋਂ ਮੈਂ ਉੱਥੇ ਆਇਆ ਸੀ ਤਾਂ ਮੈਂ ਸ਼ਾਇਦ 5th ਚ ਸੀ। ਜੀ ਜੀ। ਐਗਜ਼ੈਕਟਲੀ ਮੇਰੇ ਯਾਦ ਨਹੀਂ ਜੀ। ਤੇ ਉਸ ਤੋਂ ਬਾਅਦ ਫਿਰ ਪੰਜਾਬੀ ਸਿੱਖੀ ਜੀ, ਤੇ ਨਾਲ ਹੀ ਕਹਾਣੀਆਂ ਲਿਖਣ ਦਾ ਥੋੜਾ ਜਿਹਾ ਸ਼ੌਕ ਹੋ ਗਿਆ। ਬਹੁਤ ਅੱਛਾ। 4-5 ਸਾਲ 6 ਸਾਲ ਕਹਾਣੀਆਂ ਲਿਖੀ। ਇਹ ਕਾਫੀ ਸ਼ਬਦ ਕਿਸ ਤਰ੍ਹਾਂ ਆਇਆ ਤੁਹਾਡੇ? ਕਾਫੀ ਸ਼ਬਦ ਇੱਕ ਤਾਂ ਪਟਿਆਲਾ ਪੈਗ ਕਰਕੇ ਬੜਾ ਬਦਨਾਮ ਜਿਹਾ ਲਾਲ ਹੋਇਆ ਹੈਗਾ ਜੀ ਜੀ। ਮੈਂ ਕਿਹਾ ਕਾਫੀ ਵੀ ਹੋਣਾ ਚਾਹੀਦਾ ਕਿਉਂਕਿ ਇਹ ਜਲਦੀ ਕਲਿੱਕ ਕਰਦਾ ਹੈ। ਅੱਛਾ ਜੀ। ਔਰ ਮੈਂ ਕਾਫੀ ਅੱਛੀ ਬਣਾਣਾ ਹੈ, ਬਹੁਤ ਅੱਛੀ ਕਾਫੀ ਬਣਾਣਾ। ਗੱਲਾਂ ਜੀ ਜਾਂ ਗੱਲਾਂ ਵਿੱਚ ਵੀ ਔਰ ਰਿਐਲਿਟੀ ਵਿੱਚ ਵੀ, ਦੋਸਤ ਕਹਿੰਦੇ ਤਾਂ ਕਾਫੀ ਅੱਛੀ ਬਣਾਣਾ। ਸੋ ਇਹ ਕਹ ਲੋ ਕਿ ਸਾਰੇ ਦੋਸਤਾਂ ਨੇ ਤਾਂ ਕਾਫੀ ਅੱਛੀ ਬਣਾਣਾ। ਬਹੁਤ ਅੱਛਾ। ਮੈਂ ਕਿਸੇ ਲਈ ਕਾਫੀ ਵੀ ਬਣਾਉਣਾ ਚਾਹੁੰਦਾ। ਕਿੱਥੇ ਬਣਾਉਂਦੇ ਹੋ ਕਾਫੀ ਤੁਸੀਂ? ਅਸੀਂ ਘਰੇ ਆਓ ਜੀ। ਆਇਆ ਜੀ। ਅੱਛਾ, ਵੈਸੇ ਕੀ ਕਰਦੇ ਹੋ ਤੁਸੀਂ? ਵੈਸੇ ਸਰ ਮੇਰਾ ਲੋਟਰੀ ਦਾ ਕੰਮ ਹੈਗਾ। ਅੱਛਾ। ਹਾਂਜੀ, ਉਹ ਪੰਜਾਬ ਸਰਕਾਰ ਦੇ ਬੰਪਰਸ ਹੁੰਦੇ, ਉਹ ਵਾਲਾ ਕੰਮ ਹੈਗਾ। ਸਾਡੇ ਕੈਮਰਾਮੈਨ ਨੂੰ ਜ਼ਰੂਰ ਦੱਸ ਦਿਓ। ਬਿਲਕੁਲ ਜੀ, ਬਿਲਕੁਲ। ਸੋ ਦੋਸਤੋ, ਇਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਕਿਉਂਕਿ ਬਾ ਕਮਾਲ ਕਿਸਮ ਦੀਆਂ ਗੱਲਾਂ ਬਾਤਾਂ, ਬਹੁਤ ਹਸਮੁਖ ਕਿਸਮ ਦੇ ਇਨਸਾਨ ਹੈ। ਕਿਉਂਕਿ ਜਦੋਂ ਇਸ ਤਰ੍ਹਾਂ ਦੇ ਮਾਹੌਲ ਵਿੱਚ ਬੈਠਦੇ ਹਾਂ ਤਾਂ ਸੱਚੀ ਅਸੀਂ ਉਹਨਾਂ ਗਮਾਂ ਤੋਂ, ਦੁੱਖਾਂ ਦਰਦਾਂ ਤੋਂ ਕੋਹਾਂ ਦੂਰ ਚਲੇ ਜਾਂਦੇ ਹਾਂ ਜੋ ਸਾਡੀ ਜ਼ਿੰਦਗੀ ਦਾ ਹਿੱਸਾ ਨੇ, ਪਰ ਕੁਝ ਪਲ ਲਈ ਸਾਨੂੰ ਸਕੂਨ ਵੀ ਉਹ ਦਿੰਦੀਆਂ ਨੇ ਗੱਲਾਂ ਬਾਤਾਂ, ਜਿਸ ਮਾਹੌਲ ਦੇ ਵਿੱਚ ਅੱਜ ਅਸੀਂ ਬੈਠੇ ਹਾਂ। ਕੌਫੀ ਜੀ, ਕੀ ਸੁਣਾ ਰਹੇ ਹੋ ਸਾਨੂੰ ਅੱਜ? ਸਭ ਤੋਂ ਪਹਿਲਾਂ ਸਰ 2 ਲਾਈਨਾਂ ਸੁਣਾਉਣਾ ਚਾਹਾਂਗਾ। ਜੀ ਜੀ ਜੀ। ਕਿ ਰੱਖ ਹਿੰਮਤ, कि रख हिम्मत, जिंदगी में एक दिन वो मुकाम आएगा। बहुत अच्छा। कि रख हिम्मत, जिंदगी में एक दिन वो मुकाम आएगा, लोगों के लबों पे तेरा नाम आएगा। क्या बात है, क्या बात है बाबा, क्या बात है। और चल अकेला मंजिलों की तरफ, और चल अकेला मंजिलों की तरफ, काफिला तेरे साथ खुद ब खुद जुड़ जाएगा। अरे वाह यार, वाह वाह वाह, बहुत अच्छा। अच्छा, कोई गुरु भी धारणा की है जिमें ठाकुर साहब ने सागर साहब का जिक्र किया है?
ਨਹੀਂ, ਗੁਰੂ ਤਾਂ ਨਹੀਂ ਕੀਤਾ ਮੈਂ ਕੋਈ ਧਾਰਨਾ। ਅੱਛਾ, ਗੁਰੂ ਨੇ ਤੁਹਾਨੂੰ ਧਾਰਿਆ ਕਿ ਨਹੀਂ? ਨਹੀਂ, ਗੁਰੂ ਨੇ ਵੀ ਨਹੀਂ ਧਾਰਿਆ ਮੈਨੂੰ ਜੀ, ਗੁਰੂ ਨੇ ਵੀ ਨਹੀਂ ਧਾਰਿਆ। ਕਿਉਂਕਿ ਮੈਂ ਦੇਖਿਆ ਸਾਗਰ ਸਾਹਿਬ, ਪਹਿਲੇ ਜ਼ਮਾਨੇ ਵਿੱਚ ਸ਼ਾਗਿਰਦ ਸਿੱਖਣ ਆਉਂਦੇ ਸੀ, ਹੁਣ ਗੁਰੂ ਜਾਂਦੇ ਨੇ ਵੀ ਯਾਰ ਲੇਟ ਹੋ ਗਿਆ ਤੂੰ ਆਇਆ ਨਹੀਂ, ਮਤਲਬ ਮੈਂ ਠੀਕ ਕਹਿ ਰਿਹਾ ਸਾਰਾ? ਬਿਲਕੁਲ ਸਰ, ਬਿਲकुल ਠੀਕ ਹੈ ਨਾ, ਕਿ ਗੁਰੂ ਹੀ ਹੁਣ ਤੁਹਾਡੇ ਕੋਲ ਆਏਗਾ ਫਿਰ? ਨਹੀਂ, ਨਾ ਮੇਰੇ ਕੋਲ ਗੁਰੂ ਆਇਆ, ਨਾ ਮੈਂ ਕਿਸੇ ਗੁਰੂ ਕੋਲ ਗਿਆ। ਮੈਂ ਤਾਂ ਸਿਰਫ 2 ਲਾਈਨਾਂ ਲਿਖੀਆਂ। ਸਾਡੇ ਅੰਕਲ ਹੈਗੇ ਜਾਣਦੇ ਸਾਰੇ, ਭੱਲਾ ਸਾਹਿਬ ਜੀ, ਤੇ ਉਹ ਕਵੀ ਸੀ ਸਰਦੂਲ ਸਿੰਘ ਭੱਲਾ ਜੀ ਜੀ, ਤੇ ਉਹ ਮੈਨੂੰ ਹਮੇਸ਼ਾ 2 ਲਾਈਨਾਂ ਸੁਣਾਉਂਦੇ ਹੁੰਦੇ ਸੀ ਜਦੋਂ ਵੀ ਮੈਂ ਘਰ ਜਾਵਾਂ। ਤੇ ਇੱਕ ਦਿਨ ਮੈਂ ਜਦੋਂ 2 ਲਾਈਨਾਂ ਲਿਖੀਆਂ ਤੇ ਮੈਂ ਉਹਨਾਂ ਨੂੰ ਕਿਹਾ ਕਿ ਇਹ 2 ਲਾਈਨਾਂ ਮੈਂ ਵੀ ਲਿਖੀਆਂ। ਤੇ ਉਹਨਾਂ ਨੇ ਸੁਣਿਆ, ਕਹਿੰਦੇ ਤੂੰ ਸਭਾਵਾਂ ਵਿੱਚ ਆ, ਉੱਥੇ ਸੁਣਾ। ਬਹੁਤ ਅੱਛਾ। ਮੈਨੂੰ ਆਪਣੇ ਆਪ ਤੇ ਇੰਨਾ ਹੈ ਨਹੀਂ ਸੀ ਜੀ। ਮੈਂ ਉੱਥੇ ਸਭਾਵਾਂ ਜਾ ਕੇ ਜਦੋਂ 2 ਲਾਈਨਾਂ ਸੁਣਾਈਆਂ ਤਾਂ ਲੋਕਾਂ ਨੇ, ਸਾਗਰ ਸਾਹਿਬ ਵਰਗਿਆਂ ਨੇ, ਠਾਕੁਰ ਸਾਹਿਬ ਵਰਗਿਆਂ ਨੇ ਬਹੁਤ ਤਾਰੀਫ ਕੀਤੀ। ਫਿਰ ਮੈਨੂੰ ਵੀ ਲੱਗਿਆ ਕਿ ਅੱਛਾ ਮੈਂ ਲਿਖ ਸਕਦਾ ਹਾਂ। ਨਹੀਂ, ਬਹੁਤ ਅੱਛੀ ਗੱਲ ਹੈ। ਉੱਥੋਂ ਦੀ ਲਿਖਣ ਦੁਬਾਰਾ ਸਟਾਰਟ। ਅੱਛਾ, ਪਰਿਵਾਰ ਵਿੱਚ ਕੌਣ ਕੌਣ ਨੇ ਸਰ? ਪਰਿਵਾਰ 'ਚ ਜੀ ਮੇਰੇ ਮਦਰ ਹੈਗੇ ਇਸ ਟਾਈਮ। ਫਾਦਰ ਤਾਂ ਮੈਂ ਜਦੋਂ ਮੈਂ 17 ਸਾਲ ਦਾ ਸੀ ਉਹ ਚਲੇ ਗਏ ਇਸ ਦੁਨੀਆ ਤੋਂ, ਤੇ ਉਸ ਤੋਂ ਬਾਅਦ ਮੇਰਾ ਲਿਖਣ ਵੀ ਛੁੱਟ ਗਿਆ ਸੀ। ਨੈਚੁਰਲੀ ਮਾਹੌਲ ਬਹੁਤ ਜ਼ਿੰਦਗੀ ਦੇ ਕਸ਼ਮਕਸ਼ 'ਚ ਤੁਹਾਡੇ ਕੋਲ ਉਹ ਸਾਰਾ ਚੀਜ਼ ਨਹੀਂ ਰਹਿੰਦੀ, ਕਿਉਂਕਿ ਸਭ ਤੋਂ ਪਹਿਲੇ ਤਾਂ ਤੁਹਾਡੀ ਅਰਨਿੰਗ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਫਿਰ ਤੁਸੀਂ ਹੋਰ ਕੁਝ ਸੋਚ ਸਕਦੇ ਹੋ। ਕੀ ਸੁਣਾ ਰਹੇ ਹੋ ਸਾਨੂੰ? ਤਾਵੀਜ਼ ਬਾਰੇ ਤੁਸੀਂ ਕੁਝ ਲਿਖਿਆ ਸੀਗਾ। ਤਾਵੀਜ਼ में ਇਹ ਕਵਿਤਾ ਐਸੀ ਕਿ ਜਿਸਨੇ ਮੈਨੂੰ ਇੱਕ ਪਹਿਚਾਨ ਦਿੱਤੀ, ਜਿਸਨੇ ਮੈਨੂੰ ਦੇਸ਼ਾਂ ਵਿਦੇਸ਼ਾਂ 'ਚ ਜਗ੍ਹਾ ਦਿੱਤੀ। ਜੀ, पहले मैं तावीज़ ही सुना देना तो। जी जी, प्लीज प्लीज। कि एक आदमी, हिंदी से जी जी जी, एक आदमी सड़क पे तावीज़ बेच रहा था और चिल्ला रहा था कि आइए आइए हमसे एक तावीज़ बनवाइए, कि आइए आइए हमसे एक तावीज़ बनवाइए और अपनी हर समस्या का हल पाइए, कि काम में कोई बाधा हो प्रेम अधूरा आधा हो। सागर साहब, बहुत अच्छा। काम में कोई बाधा हो प्रेम अधूरा आधा हो, पति को बस में करवाइए, सास से छुटकारा पाइए, पति को बस में करवाइए, सास से छुटकारा पाइए, या प्रेम विवाह में रोड़ा हो या निकला कोई फोड़ा हो, या प्रेम विवाह में रोड़ा हो या निकला कोई फोड़ा हो, अपनी हर समस्या का हल करवाइए, हमसे एक तावीज़ बनवाइए, कीमत 500 500 500, बताइए भाई साहब किसको चाहिए किसको चाहिए किसको चाहिए। क्या बात है, क्या बात। मैंने एक आवाज लगाई कि मुझे एक ऐसा तावीज़ चाहिए। तावीज़ वाला बोला बताइए सरदार जी कैसा तावीज़ चाहिए। मैंने कहा जी प्रेम से हर किसी का नाता। श्रोता सब ध्यान दीजिए, मुझे कैसा तावीज़ चाहिए कि प्रेम से हर किसी का नाता हो, भाई भाई के दुख में काम आता हो, और बेटी के जन्म पे बाप भी मुस्कुराता हो, मुझे एक ऐसा तावीज़ चाहिए। बहुत अच्छा। फिर से भाई, फिर से। कि प्रेम से हर किसी का नाता हो, भाई भाई के दुख में काम आता हो, और बेटी के जन्म पे बाप भी मुस्कुराता हो, मुझे एक ऐसा तावीज़ चाहिए कि अजान सुनकर हर किसी का सर श्रद्धा से झुक जाए, और दिवाली में अली भी दिया जलाए, गुरु नानक की वाणी सुनकर हर कोई मंत्र मुग्ध हो जाए, और गुरु ग्रंथ को हर कोई अपना ग्रंथ बताए, जो मजहबों और जातों की दीवारों को तोड़ दे, जो मजहबों और जातों की दीवारों को तोड़ दे, और मुझे उस मस्त मौला से जोड़ दे जी। मुझे एक ऐसा तावीज़ चाहिए, कीमत आप बताइए। अरे वाह, कीमत आप बताइए। मुझे एक ऐसा तावीज़ चाहिए, कीमत आप बताइए। तावीज़ वाला बोला जाइए जाइए सरदार जी कहीं और जाइए, कि तावीज़ वाला बोला जाइए जाइए सरदार जी कहीं और जाइए, और मुफ्त में यूं दिमाग न खाइए, और हो सके तो किसी अच्छे से डॉक्टर से अपना इलाज करवाइए, पर मुझे तो सच में एक ऐसा ही तावीज़ चाहिए जो मजहबों और जातों की दीवारों को तोड़ दे और उस मस्त मौला से जोड़ दे। हाँ, मुझे सच में ही कैसा तावीज़ चाहिए। क्या बात है, क्या बात। बहुत अच्छा कॉफी जी, ਤੁਸੀਂ ਵਾਕਈ ਮਤਲਬ ਬਿਨਾ ਕਾਫੀ ਪੜਾਏ ਕਾਫੀ ਪੜਾਤੀ ਤੁਸੀਂ। ਅੱਛਾ, ਤੁਸੀਂ ਕਹਿ ਰਹੇ ਸੀਗੇ ਕਿ ਮੈਂ ਕਿਸੇ ਨੂੰ ਦੇਖ ਕੇ ਕਾਫੀ ਤੋਂ ਬਾਅਦ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ, ਕੋਈ ਉਹ ਕੀ? हाँ, ये इत्तेफाक है, क्योंकि मैं छड़ना छोड़ चुकिया सी, और मैं अपनी सारी कहानियां ਨੂੰ ਸੁੱਟ ਚੁੱਕਿਆ ਸੀ। ਇਹ ਸੱਚਾਈ ਹੈ। मैंने अपनी बुक 'ਚ ਵੀ ਲਿਖਿਆ, ਇਹਨਾਂ ਨੂੰ ਪਤਾ। ਬਹੁਤ ਸਾਲਾਂ ਬਾਅਦ ਕਿਸੇ ਨੂੰ ਦੇਖ ਕੇ ਦਿਲ ਕੀਤਾ ਕਿ 2 ਲਾਈਨਾਂ ਲਿਖਾਂ। ਨਹੀਂ, ਕਿਸੇ ਨੂੰ ਦੇਖ ਕੇ ਮਤਲਬ ਅੱਛਾ, ਕੋਈ ਫੀਮੇਲ ਸੀ। ਅੱਛਾ, ਫਿਰ ਕੀ ਆਇਆ ਕਹ ਲੋ ਕਿ ਉਸ ਸਮੇਂ ਦੀ ਉਮਰ ਦੇ ਨਜ਼ਾਕਤ ਨਾਲ। ਨਹੀਂ, ਅਜੇ ਵੀ ਉਮਰ ਹੈ ਤੁਹਾਡੀ, ਤੁਸੀਂ ਅਜੇ ਵੀ ਉਮਰ ਹੈ ਸਰ। ਉਹ ਵਾਲੀ ਫੀਲਿੰਗ ਨਹੀਂ ਹੈਗੀ ਹੁਣ। ਫੀਲਿੰਗਸ ਬਦਲ ਜਾਂਦੀ ਹੈ ਉਮਰ ਦੇ ਨਾਲ। ਜੀ ਜੀ, ਉਮਰ ਦਾ ਤਕਾਜ਼ਾ ਹੁੰਦਾ। ਨੈਚੁਰਲੀ।
ਤਾਂ ਮੈਂ ਉਸ ਨੂੰ ਦੇਖ ਕੇ 2 ਲਾਈਨਾਂ ਲਿਖੀਆਂ ਜੀ, ਤੇ ਉਹ 2 ਲਾਈਨਾਂ ਹੀ ਤੋਂ ਹੀ ਮੈंने ਦੁਬਾਰਾ ਲਗਾ ਲਓ ਸ਼ੁਰੂਆਤ ਕੀ ਕੀਤੀ। ਬਾਤ ਹੈ, ਕੀ ਬਾਤ। ਉਸ ਤੋਂ ਬਾਅਦ ਇਹ ਸਾਰਾ ਸਿਲਸਿਲਾ ਸ਼ੁਰੂ ਹੋਇਆ। ਜੀ ਜੀ ਜੀ। ਅੱਛਾ, ਸੋਸ਼ਲ ਈਵਲਸ ਬਹੁਤ ਸਾਰੀਆਂ ਨੇ, ਮਤਲਬ ਬੇਸ਼ੱਕ ਉਹ ਨਸ਼ਿਆਂ ਦਾ ਦੌਰ ਹੋਵੇ, ਡੌਰੀ ਦਾ ਸਿਸਟਮ ਹੋਵੇ, ਜਾਂ ਅੱਜ ਵੀ ਮਤਲਬ ਧੀ ਭੈਣ ਸਾਡੀ ਇਕੱਲੀ ਨਹੀਂ ਜਾਂਦੀ ਤੇ ਮਤਲਬ ਉਸ ਨੂੰ ਲੱਗਦਾ ਰਹਿੰਦਾ ਕਿ ਮੇਰੇ ਸਿਕਿਉਰਿਟੀ ਬਹੁਤ ਜ਼ਰੂਰੀ ਹੈ। ਹਾਲਾਤ ਇਸ ਤਰ੍ਹਾਂ ਦੇ ਨੇ। ਕਦੀ ਇਸ ਸਬਜੈਕਟ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ? मैंने इस सब्जेक्ट उत्ते एक दी शायद 2-4 लाइना ही लिखी हुई। ओके, ज्यादा नहीं लिखा होया, इस समय मेरे वो याद नहीं हैगी। जी जी जी, ठीक है जी। पर मैं इस ते उत्ते काफी लिख रहा, एक बुक लिख रहा मैं पूरी, ਉਹਦੇ ਵਿੱਚ ਮੈਂ ਲਿਖ ਰਿਹਾ ਕਿ ਸਾਡਾ ਜਿਹੜਾ ਬੇਸਿਕਲੀ ਗੱਲ ਹੈ, ਅਸੀਂ ਜਦੋਂ ਪਰਿਵਾਰ 'ਚ ਬੈਠਦੇ ਹਾਂ ਤਾਂ ਅਸੀਂ ਵੇਲੀਆਂ ਗੱਲਾਂ ਬਹੁਤ ਕਰਦੇ ਹਾਂ, ਬਹੁਤ ਜ਼ਿਆਦਾ ਗੱਲਾਂ ਕਰਦੇ ਹਾਂ, ਸੋਸ਼ਲ ਮੀਡੀਆ ਦੀ ਇੱਧਰ ਦੀ। ਲੇਕਿਨ ਜਦੋਂ ਬੱਚੇ ਦੀ ਸਭ ਤੋਂ ਵੱਡੀ ਸੇਧ ਦੇਣ ਵਾਲਾ ਟਾਈਮ ਹੁੰਦਾ, ਉਸ ਨੂੰ ਸਮਝਾਉਣ ਦਾ ਟਾਈਮ ਹੁੰਦਾ, ਉਹ ਅਸੀਂ ਉਹਨੂੰ ਨਹੀਂ ਸਮਝਾਉਂਦੇ ਜੀ। ਸਾਨੂੰ ਬਚਪਨ ਤੋਂ ਹੀ ਬੱਚੇ ਨੂੰ ਸਮਝਾਉਣਾ ਪਏਗਾ। ਬਹੁਤ ਅੱਛਾ। ਆਪਣੇ ਘਰ ਤੋਂ ਸ਼ੁਰੂ ਕਰਾਂਗੇ ਤਾਂ ਹੀ ਅੱਗੇ ਵਧਾਂਗੇ। ਬਿਲਕੁਲ। ਕੀ ਸੁਣਾ ਰਹੇ ਹੋ ਸਰ ਸਾਨੂੰ? ਜਿਹੜੀ ਮੇਰੀ ਪਹਿਲੀ ਕਵਿਤਾ ਸੀ, ਇਹ ਮੇਰੀ ਤਾਵੀਜ਼ ਦੂਸਰੀ ਕਵਿਤਾ ਹੈ। ਮੇਰੀ ਪਹਿਲੀ ਕਵਿਤਾ ਸੀ ਸਬਰ ਕਰੋ। ਸਬਰ ਕਰੋ। ਹਾਂ, ਉਹ ਜਲਦੀ ਚ ਲਿਖੀ ਸੀ ਜੀ। ਤੇ ਕਵਿਤਾ ਦਾ ਸ਼ੀਰਸ਼ਕ ਹੈ, ਨਾਮ ਉਹਦਾ ਰੱਖਿਆ ਸਬਰ ਕਰੋ। ਸਬਰ ਕਰੋ ਜੀ जी। ये आंखें फिर नम होगी, ये आंखें फिर नम होगी, दिल फिर रोएगा। ये आंखें फिर नम होगी, दिल फिर रोएगा, मेरी कलम फिर कोई नया दर्द बयां करेगी, कोई नया जख्म मिलने तक जी सब्र तो करो। सब्र तो करो, वाकई। और जिंदगी फिर मारेगी ठोकर मुझे, और जिंदगी फिर मारेगी ठोकर मुझे, सपने फिर टूटेंगे मेरे, फिर हंस लेना मुझ पे मेरे रोने तक। ब्यूटीफुल। सब्र तो करो। नहीं, नेगेटिविटी क्यों है कवितावां दे विच? किथे ना किथे ਕੁਝ ਦਰਦ ਹੁੰਦਾ ਕਈ ਵਾਰ ਕਲਮਕਾਰ ਨੂੰ, ਤੇ ਉਹ ਲਿਖ ਦਿੰਦਾ ਹੈ। ਇਸ ਕੋਈ ਉਹ ਜੀ ਗੱਲ ਨਹੀਂ ਹੈ, ਆਪਣੇ ਦਰਦ ਨੂੰ ਜਾਂ ਆਪਣੇ ਉਸ ਚੀਜ਼ ਨੂੰ ਸ਼ਬਦਾਂ 'ਚ ਪਰੋ ਦਿੰਦਾ ਹੈ ਜੀ। ਇਹ ਉਸ ਨੂੰ ਰੱਬ ਵੱਲੋਂ ਹੁਨਰ ਹੁੰਦਾ ਜਾਂ ਲਾ ਲਓ ਕਲਾ ਹੈ। ਬਹੁਤ ਸਾਰੇ ਲੋਕ ਹੈਗੇ ਐਸੇ ਜਿਹੜੇ ਸਿਰਫ ਗੱਲ ਕਰ ਸਕਦੇ, ਲਿਖ ਨਹੀਂ ਸਕਦੇ। ਸੋ ਦੋਸਤੋ, ਮੈਂ ਅੰਮ੍ਰਿਤਪਾਲ ਜੀ ਦੇ ਬਾਰੇ ਆਪਣੇ ਸੰਜੇ ਦਰਦੀ ਜੀ ਵੱਲ ਜਾ ਰਿਹਾ। ਉਹਨਾਂ ਦੇ ਕੋਲੋਂ ਇਹਨਾਂ ਤੇ ਕਮੈਂਟ ਲੈਣੇ ਚਾਹੁੰਦਾ ਕਿ ਸੰਜੇ ਦਰਦੀ ਜੀ ਦੇ ਬਾਰੇ, ਆਪਣੇ ਕਾਫੀ ਜੀ ਬਾਰੇ ਸੰਜੇ ਦਰਦੀ ਜੀ ਦੇ ਕੀ ਕਮੈਂਟ ਨੇ, ਉਹਨਾਂ ਤੋਂ ਜਾਣਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਔਰ ਵੱਡੀ ਗੱਲ ਇੱਥੇ ਇਹ ਹੈ ਕਿ ਵਾਕਈ ਇਹਨਾਂ ਦੀ ਲਿਖਤ ਦੇ ਵਿੱਚ ਇੱਕ ਸੱਚਾਈ ਨਜ਼ਰ ਆ ਰਹੀ ਹੈ। ਇਹਨਾਂ ਦੀ ਲਿਖਤ ਦੇ ਵਿੱਚ ਇੱਕ ਅਜਿਹਾ ਮੈਸੇਜ ਆ ਰਿਹਾ ਕਿ ਵਾਕਈ ਇਹ ਇਨਸਾਨ ਜਿਹੜਾ ਹੈ, ਕਿਉਂਕਿ ਜਦੋਂ ਆਪਾਂ ਬਹੁਤ ਜ਼ਿਆਦਾ ਹੱਸਦੇ ਹਾਂ ਤਾਂ ਮੈਨੂੰ ਉਹ ਗਜ਼ਲ ਦੇ ਕੁਝ ਸ਼ੇਅਰ ਨੇ ਕਿ ਤੁਮ ਜੋ ਇਤਨਾ ਮੁਸਕਰਾ ਰਹੇ ਹੋ, ਕਿਆ ਗਮ ਹੈ ਜਿਸਕੋ ਛੁਪਾ ਰਹੇ ਹੋ। ਕਿਤੇ ਨਾ ਕਿਤੇ ਗਮ ਜ਼ਰੂਰ ਹੈ ਦਿਲ ਦੇ ਅੰਦਰ, ਔਰ ਉਹ ਗਮ ਕੀ ਹੈ ਉਹ ਵੀ ਕਢਵਾਉਣ ਦੀ ਕੋਸ਼ਿਸ਼ ਕਰਾਂਗੇ। ਸਰ, ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ ਜੀ। ਠੀਕ ਹੋ? ਬਹੁਤ ਵਧੀਆ। ਇਹ ਮੋਬਾਈਲ ਦੇ ਨਾਲ ਬੜਾ ਇਨ ਟੱਚ ਰਹਿੰਦੇ ਹੋ, ਘਰ ਦੇ ਵਿੱਚ ਵੀ ਇਹੀ ਮਾਹੌਲ ਹੈ ਜਾਂ? ਹਾਂ, ਉਹ ਤਾਂ ਵੈਸੇ ਹੀ ਕਿਸੇ ਦਾ ਆ ਜਾਂਦਾ ਫੋਨ ਤਾਂ ਚੱਕਣਾ ਪੈਂਦਾ। ਨਹੀਂ, ਜਦੋਂ ਮਹਿਫਲ ਦੇ ਵਿੱਚ ਹੋਈਏ ਕੀ ਸਾਹਿਤਕਾਰ ਅਲਾਓ ਕਰ ਦਿੰਦੇ ਤੁਹਾਨੂੰ ਬਾਕੀ ਜਗ੍ਹਾ 'ਚ? ਨਹੀਂ ਕਰਦੇ ਨਾ। ਫਿਰ ਕੀ ਮਤਲਬ ਤੁਸੀਂ ਇਸ ਮੁਸ਼ਾਇਰੇ ਦੇ ਬਾਰੇ, ਤੁਸੀਂ ਇੰਨਾ ਖੂਬਸੂਰਤ ਤੁਹਾਡਾ ਨਾਮ ਹੈ ਦਰਦੀ, ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਵੀ ਤੁਸੀਂ ਸੁਣਿਆ, ਸਾਗਰ ਸਾਹਿਬ ਬੜੇ ਸੀਨੀਅਰ ਨੇ, ਔਰ ਮੈਂ ਤਾਂ ਇਹੀ ਗੱਲ ਕਹਾਂਗਾ ਕਿ ਜਦੋਂ ਇਸ ਤਰ੍ਹਾਂ ਦਾ ਰੰਗ ਹੋਵੇ ਤੁਹਾਡੇ ਵਰਗਿਆਂ ਦੇ, ਮੈਂ ਪਹਿਲੀ ਵਾਰ ਦਰਸ਼ਨ ਕਰ ਰਹੀ ਸੀ ਆਪਣੀ, ਪਤਾ ਨਹੀਂ, ਖੈਰ ਉਹ ਤਾਂ ਨਹੀਂ ਹੋ ਸਕੀ ਕਿ ਮੈਂ ਤੁਹਾਨੂੰ ਕੋਈ, ਨਾ ਮੈਂ ਸਿੱਖ ਸਕਿਆ ਤੁਹਾਡੇ ਕੋਲ, ਨਾ ਤੁਸੀਂ ਮੇਰੇ ਤੋਂ ਸਿੱਖ ਸਕੇ, ਬਸ ਇਸੇ ਤਰ੍ਹਾਂ ਹੀ ਹੋ ਗਿਆ। ਅੱਛਾ, ਇਹਨਾਂ ਦੇ ਕਵਿਤਾਵਾਂ ਦੇ ਵਿੱਚ ਇੱਕ ਬੜਾ ਮਤਲਬ ਅਹਿਸਾਸ ਜਿਹਾ ਹੈ, ਮੈਨੂੰ ਬੜੀ ਸੱਚਾਈ ਕਹਿ ਦਈਏ ਕਿ ਸੱਚ ਜਿਹਾ ਨਜ਼ਰ ਆਉਂਦਾ। ਤੁਹਾਡੇ ਕੀ ਦਰਦੀ ਸਾਹਿਬ ਇਸ ਤੇ ਵਿਚਾਰ ਨੇ? ਮੇਰਾ ਤਾਂ ਇਹ ਵਿਚਾਰ ਹੈ ਕਿ ਜੋ ਮੈਂ ਦੁਨੀਆ 'ਚ ਦੇਖਦਾ, ਜੋ ਇਹ ਦੇਖਦਾ ਹੋਏਗਾ, ਉਹੀ ਚੀਜ਼ ਆਪਣੀ ਕਲਮ 'ਚ ਆ ਜਾਂਦੀ ਹੈ। ਚਾਹੇ ਕੋਈ ਆਪਣਾ ਜਜ਼ਬਾਤ ਹੋਵੇ, ਚਾਹੇ ਕੋਈ ਰਿਸ਼ਤੇਦਾਰੀ ਹੋਵੇ, ਚਾਹੇ ਕਿਸੇ ਦਾ ਕੋਈ ਪਿਆਰ ਹੋਵੇ, ਕੁਝ ਵੀ ਹੋਵੇ, ਚਾਹੇ ਕੋਈ ਗਰੀਬ ਹੈ, ਮੈਂ ਤਾਂ ਉਹੀ ਆਪਣੀ ਕਲਮ 'ਚ ਲੈ ਕੇ ਆਉਂਦਾ। ਬਹੁਤ ਅੱਛਾ, ਬਹੁਤ ਅੱਛਾ। ਅੱਛਾ, ਜ਼ਿਆਦਾ ਕਰਕੇ ਜਿੱਦਾਂ ਹੁਣ ਪੰਜਾਬੀ 'ਚ ਅਜੇ ਘੱਟ ਲਿਖਦੇ ਨੇ, ਹਿੰਦੀ 'ਚ ਜ਼ਿਆਦਾ ਲਿਖਦੇ ਨੇ। ਤੁਹਾਡੇ ਨਾਲ ਕਈ ਸਾਹਿਤ ਸਭਾਵਾਂ ਵਿੱਚ ਇਹਨਾਂ ਦੀ ਮੁਲਾਕਾਤ ਵੀ ਹੁੰਦੀ ਹੋਵੇਗੀ, ਔਰ ਕਿਸ ਤਰ੍ਹਾਂ ਦਾ ਉੱਥੋਂ ਪਿਆਰ ਇਹਨਾਂ ਨੂੰ ਮਿਲਦਾ? ਬਹੁਤ ਵਧੀਆ ਪਿਆਰ। ਮੇਰਾ ਤਾਂ ਖੁਦ ਬਹੁਤ ਪਿਆਰ ਹੈ ਇਹਨਾਂ ਨਾਲ। ਅੱਛਾ ਜੀ। ਇਹਨਾਂ ਕੋਲ ਖੁਦ ਜਾਣਾ ਨਾ ਦੁਕਾਨ, ਪਰ ਉਹ ਮੋਬਾਈਲ ਦੇਖਦੇ ਹੀ ਨਹੀਂਗੇ। ਨਹੀਂ, ਮੋਬਾਈਲ ਦੀ 'ਚ ਕੀ ਗੱਲ ਆ ਗਈ ਹੈ? ਉਹ ਤਾਂ ਮੋਬਾਈਲ ਉਹਨਾਂ ਨੇ ਇੱਕ ਵਾਰੀ ਨਹੀਂ ਕੱਢਿਆ। ਬਿਲਕੁਲ। ਔਰ ਤੁਹਾਡੇ ਕੋਲ ਛਡਾਉਂਦੇ ਰਹੇ। ਖੈਰ ਦੋਸਤੋ, ਇਹ ਮਜ਼ਾਕ ਮੇਰੀ ਆਦਤ ਹੈ ਮਾਹੌਲ ਨੂੰ ਥੋੜੇ ਚੇਂਜ ਕਰਨੇ ਦੀ, ਔਰ ਮਜ਼ਾਕ ਮੈਂ ਹਮੇਸ਼ਾ ਉਹਨਾਂ ਨੂੰ ਹੀ ਕਰਦਾ ਜੋ ਪਤਾ ਮੈਨੂੰ ਕਿ ਗੁੱਸਾ ਨਹੀਂ ਕਰਨਗੇ, ਜੋ ਅਸੀਂ ਇੱਕ ਦੂਜੇ ਦਾ ਸਤਿਕਾਰ ਕਰਦੇ ਹਾਂ। ਦਰਦੀ ਸਾਹਿਬ, ਮੈਂ
ਤੁਹਾਡੇ ਕੋਲ ਇੱਕ ਸਵਾਲ ਹੋਰ ਪੁੱਛਣਾ ਚਾਹੁੰਦਾ ਮੈਂ ਦਰਦੀ ਸਾਹਿਬ ਕੋ ਦੁਬਾਰਾ ਫਿਰ ਜਾਣਾ ਚਾਹੁੰਦਾ ਦਰਦੀ ਸਾਹਿਬ ਅੱਜ ਦੇ ਜਿਹੜੇ ਸਾਹਿਤਕਾਰ ਨੇ ਜ਼ਿਆਦਾ ਕਰਕੇ ਜਿਵੇਂ ਕਾਫੀ ਜੀ ਇਹਨਾਂ ਦੀ ਅਜੇ ਕੋਈ ਕਿਤਾਬ ਨਹੀਂ ਆਈ ਤੁਸੀਂ ਆ ਗਈ ਹੈ ਤਵੀਜ਼ ਕਵੀ ਅੱਛਾ ਕਿਤਾਬ ਵੀ ਆ ਗਈ ਹੈ ਵਾਹ ਜੀ ਵਾਹ ਜਿਹੜੇ ਨਵੇਂ ਸਾਹਿਤਕਾਰ ਲਾਈਨਾਂ 'ਚ ਲੱਗੇ ਨੇ ਛੋਟੇ ਛੋਟੇ ਬੱਚੇ ਨੇ ਬੱਚੀਆਂ ਨੇ ਬੜੇ ਫੋਨ ਆਉਂਦੇ ਨੇ ਆ ਤੁਹਾਡੇ ਪ੍ਰੋਗਰਾਮ ਤੋਂ ਬਾਅਦ ਬੜੇ ਫੋਨ ਆਉਣਗੇ ਸਰ ਸਾਨੂੰ ਵੀ ਬੁਲਾਓ ਅਸੀਂ ਵੀ ਕਰਾਂਗੇ ਜੇਕਰ ਉਹ ਮੇਰੇ ਤੋਂ ਪੁੱਛਣ ਕਿ ਕੀ ਕੁਆਲਿਟੀ ਦੇਖਦੇ ਹੋ ਤਾਂ ਮੈਂ ਉਹਨਾਂ ਨੂੰ ਕੀ ਸੁਝਾਅ ਦਵਾਂ ਵੀ ਤੁਸੀਂ ਪੁੱਤ ਕਿਸ ਤਰ੍ਹਾਂ ਦਾ ਲਿਖੋ ਮੈਂ ਤਾਂ ਤੁਹਾਡਾ ਇਹ ਮੁਸ਼ਾਇਰਾ ਲੈ ਸਕਾਂ ਉਸ ਕੁਆਲਿਟੀ ਬਾਰੇ ਦੱਸੋ ਸਰ ਸਾਨੂੰ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਲਿਖੋ ਕਿਸੇ ਵੀ ਵਿਧਾ 'ਚ ਲਿਖੋ ਗੀਤ ਹੋਵੇ ਗਜ਼ਲ ਹੋਵੇ ਕਵਿਤਾ ਹੋਵੇ ਪਰ ਉਹਨੂੰ ਪ੍ਰੋਪਰ ਰੀਡ ਕਰੋ ਦੁਬਾਰਾ ਬਾਰ ਬਹੁਤ ਅੱਛਾ ਉਹਨੂੰ ਇਹ ਨਹੀਂ ਕਿ ਛੁਪਾਉਣ ਦੀ ਕਾਹਲੀ ਕਰੋ ਇਹ ਹੋਰ ਲੱਗੀ ਅੱਜ ਕੱਲ ਸਾਹਿਤਕਾਰਾਂ ਦੇ ਵਿੱਚ ਮੈਨੂੰ 41 ਸਾਲ ਹੋ ਗਏ ਲਿਖਦੇ ਨੂੰ ਅੱਛਾ ਜੀ ਮੈਂ 9 ਸਾਲ ਦੀ ਉਮਰ ਤੋਂ ਲਿਖ ਰਿਹਾ ਅੱਜ ਮੇਰੀ 51 ਸਾਲ ਦੀ ਉਮਰ ਹੈ ਲੱਗਦੀ ਨਹੀਂ ਹੈ ਬਾਬਾ ਜੀ ਹੈ ਉਹ ਲੱਗਦੀ ਹੈ ਨਹੀਂ ਅੱਛਾ ਚਲੋ ਹਾਂਜੀ 9 ਸਾਲ ਦੀ ਉਮਰ ਚ ਮੇਰੀ ਪਹਿਲੀ ਕਵਿਤਾ ਛਪ ਗਈ ਓ ਮਾਈ ਗॉड ਉਹ ਵੀ ਸਕੂਲ ਚ ਛਪੀ ਯਾਰ ਕਲੈਪਿੰਗ ਬਣ ਗਈ ਬਾਬਾ ਜੀ ਵਾਕਈ ਦਰਦੀ ਮੈਂ ਫਿਰ ਫਿਲਮ ਇੰਡਸਟਰੀ ਚ ਵੀ ਜਾਣਾ ਸ਼ੁਰੂ ਕੀਤਾ ਕਿਉਂਕਿ ਮੈਂ ਸਿੰਗਿੰਗ ਕਰਦਾ ਸੀਗਾ ਅੱਛਾ ਜੀ ਮੈंने म्यूजिक ਵੀ ਸਿੱਖਿਆ ਹੋਇਆ ਜੀ ਪ੍ਰੋਫੈਸਰ ਪਿਆਰੇ ਲਾਲ ਜੀ ਤੋਂ ਮੇਰੇ ਗੁਰੂ ਜੀ ਆ ਵਾਹ ਜੀ ਵਾਹ ਵਿਮਨ ਕਾਲਜ ਦੇ ਸੀਗੇ ਜੀ ਮੈਂ ਜੀ ਜਾਣਦੇ ਹੋਗੇ ਤੁਸੀਂ ਬਿਲਕੁਲ ਉਹ ਉਹਨਾਂ ਨੂੰ ਮੈਂ ਸਮਝਦੀ ਸਕੂਲ ਉਹਨਾਂ ਨੇ ਕਾਲਜ ਵਾਸਤੇ ਖੁਦ ਗੀਤ ਲਿਖ ਕੇ ਦਿੱਤੇ ਹੋਏ ਆ ਜੀ ਉਹਨਾਂ ਨੇ ਉੱਥੇ ਮਗਰ ਸਟੇਜ ਦੇ ਉੱਪਰ ਆਪਣੇ ਫੰਕਸ਼ਨਾਂ ਦੇ ਵਿੱਚ ਪਰਫਾਰਮ ਕਰਵਾਏ ਆ ਅੱਛਾ ਦਰਦੀ ਸਾਹਿਬ ਜਦੋਂ ਕਾਫੀ ਜੀ ਆਉਂਦੇ ਨੇ ਤਾਂ ਇਹਨਾਂ ਦੇ ਕੋਲੋਂ ਤਵੀਜ਼ ਜਿਹੜੀ ਕਵਿਤਾ ਉਸ ਦੀ ਡਿਮਾਂਡ ਵੀ ਆਉਂਦੀ ਹੋਈ ਬਿਲਕੁਲ ਆਉਂਦੀ ਹੋਏਗੀ ਕਿਉਂਕਿ ਬਹੁਤ ਸੋਹਣੀ ਲਿਖੀ ਹੈ ਬਹੁਤ ਸੱਚੀ ਕੁਐਸਚਨ ਆਨਸਰ ਲਿਖੇ ਨੇ ਔਰ ਜਿਸ ਤਰ੍ਹਾਂ ਜੋ ਅੱਜ ਮਾਹੌਲ ਦੇ ਵਿੱਚ ਹੋ ਰਿਹਾ ਲੇਕਿਨ ਉਹਨੂੰ ਤਾਂ ਇੱਕੋ ਹੀ ਆ ਵੀ ਪੈਸਾ ਦਿਓ ਤਾਂ ਤਵੀਜ਼ ਲੈ ਜਾਓ ਮੇਰੇ ਕੋਲ ਇਦਾਂ ਦਾ ਤਵੀਜ਼ ਹੈ ਨਹੀਂਗਾ ਸੋ ਇੱਕ ਵਾਰ ਫਿਰ ਦੋਸਤੋ ਆਪਾਂ ਚੱਲਦੇ ਹਾਂ ਜੀ ਅੰਮ੍ਰਿਤਪਾਲ ਕਾਫੀ ਜੀ ਦੇ ਵੱਲ ਔਰ ਉਹਨਾਂ ਦੀ ਪਹਿਲੀ ਰਚਨਾ ਔਰ ਉਹਨਾਂ ਦੀ ਸੈਕੰਡ ਥਰਡ ਫੋਰਥ ਫਿਫਥ ਜਿਹੜੀ ਵੀ ਰਚਨਾ ਉਹ ਸਾਨੂੰ ਸੁਣਾਉਣੀ ਚਾਹੁੰਦੇ ਨੇ ਆਪਣੀ ਕਿਤਾਬ ਦੇ ਵਿੱਚੋਂ ਉਹ ਸਾਨੂੰ ਜ਼ਰੂਰ ਸੁਣਾਓ ਕਾਫੀ ਜੀ ਆ ਜਾਓ ਫਿਰ ਮੈਦਾਨ ਦੇ ਵਿੱਚ ਸਰ ਤੁਸੀਂ ਹੁਣ ਕਿਹਾ ਸੀ ਕਿ ਸਮਾਜ ਦੇ ਉੱਤੇ ਕੁਝ ਦੇਖਿਆ ਜਾਂ ਉਸ ਬੁਰਾਈ ਉੱਤੇ ਲਿਖਿਆ ਤੇ ਪਿਛਲੇ ਦਿਨੀ ਕੁਝ ਲਾਈਨਾਂ ਲਿਖੀਆਂ ਸੀ ਮੈਂ जी कि कैसे कैसे लोग कयास लगा रहे हैं हाँ कि कैसे कैसे लोग कयास लगा रहे हैं सड़क पर बैठे निठल्ले बकवास पे बकवास किए जा रहे हैं अरे वाह कोई कहता है कि कहर बरपाती है कोई कहता है कि कहर बरपाती है कोई कहता है कि बिजली गिराती है जी वो तो मजदूर की बेटी है साहब वो तो मजदूर की बेटी है साहब पिता का बोझ कम हो इसलिए काम पे जाती है पिता का बोझ कम हो इसलिए काम पे जाती है ਬਹੁਤ ਅੱਛਾ ਤੁਸੀਂ ਤਾਂ ਵਾਕਈ ਆਖਰੀ ਗੱਲ ਕਹਿਤੀ ਹੈ ਪਰ ਸਾਡੇ ਸਮਾਜ ਦੀਆਂ ਨਜ਼ਰਾਂ ਕਿਉਂ ਨਹੀਂ ਬਦਲਦੀਆਂ ਸਰ ਘਰ ਦੇ ਵਿੱਚ ਸਾਗਰ ਸਾਹਿਬ ਮੈਂ ਕਮੈਂਟ ਤੁਹਾਡੇ ਤੋਂ ਵੀ ਲੈਣਾ ਚਾਹਾਂਗਾ ਵੀ ਸਭ ਕੁਝ ਪਰਿਵਾਰ ਮਤਲਬ ਭੈਣਾਂ ਬੱਚੀਆਂ ਸਾਡੀਆਂ ਉਹ ਫਿਰ ਨਜ਼ਰ ਜਿਹੜੀ ਆ ਧੋਖਾ ਦੇ ਜਾਂਦੀ ਆਪਾਂ ਲੋਕਾਂ ਨੂੰ ਉਹਦਾ ਮੂਲ ਕਾਰਨ ਬੇਸਿਕਲੀ ਜਿਹੜਾ ਹੈਗਾ ਜੋ ਮੈਂ ਬਾਹਰ ਵੀ ਗਿਆ ਹੋਇਆ ਇੰਗਲੈਂਡ ਗਿਆ ਅਮਰੀਕਾ ਵੀ ਗਿਆ ਕੈਨੇਡਾ ਵੀ ਗਿਆ ਉਹ ਬੇਸਿਕਲੀ ਚੀਜ਼ ਜਿਹੜੀ ਮੈਂ ਦੇਖੀ ਕਿ ਅਸੀਂ ਉਹ ਬਚਪਨ ਤੋਂ ਹੀ ਬੱਚੇ ਉੱਤੇ ਕੰਟਰੋਲ ਕਰਦੇ ਉਹਨੂੰ ਡਿਸਪਲਿਨ ਸਿਖਾਉਂਦੇ ਸਾਡੇ ਚ ਡਿਸਪਲਿਨ ਦਾ ਕੋਈ ਨਹੀਂ ਅਸੀਂ ਖੁਦ ਕਹਿੰਦੇ ਗਾਲ ਕੱਢ ਉਹਦਾ ਖੁਸ਼ੀ ਮਨਾਉਂਦੇ ਆ ਜਦੋਂ ਅਸੀਂ ਆਪ ਹੀ ਉਹਨੂੰ ਗਾਲਾਂ ਕੱਢਣੀਆਂ ਸਿਖਾਵਾਂਗੇ ਜਦੋਂ ਆਪ ਹੀ ਉਹਨੂੰ ਬੁਰਾਈਆਂ ਦੱਸਾਂਗੇ ਉਹ ਦੇਖੋ ਇਹ ਕਰੋ ਇਹ ਪਟਾਕਾ ਇਹ ਇਸ ਤਰ੍ਹਾਂ ਦੇ ਵਰਡ ਯੂਜ਼ ਕਰਦੇ ਬਿਲਕੁਲ ਤਾਂ ਬੱਚੇ ਦੇ ਮਾਈਂਡ 'ਚ ਕੀ ਰਹੇਗਾ ਸਾਡਾ ਬੇਸ ਖਰਾਬ ਅਗਰ ਸਰ ਬੇਸ ਖਰਾਬ ਹੈ ਸਾਡਾ ਮਤਲਬ ਕਿ ਬੇਸ ਵਾਕਈ ਜਿਸ ਤਰ੍ਹਾਂ ਦਾ ਬੇਸ ਆਪਾਂ ਚਾਹੁੰਦੇ ਆ ਨਹੀਂ ਮਿਲ ਰਿਹਾ ਸਰ ਸੁਖਤਾ ਸਾਹਿਬ ਗੱਲ ਸਿਰਫ ਇੰਨੀ ਕ ਆ ਜਾਂਦੀ ਆ ਕਾਫੀ ਭਾਈ ਨੇ ਬਹੁਤ ਅੱਛੀ ਗੱਲ ਕਹੀ ਹੈ ਕਿ ਬੇਸ ਤਾਂ ਹੋਣਾ ਹੀ ਚਾਹੀਦਾ ਹੈ ਮੈਨੂੰ दो लाइन ठाकुर भाई याद आ गया कि जिस रोज से घर में बेटी आई है सागर घर के हर कोने ने सलीका सीख लिया ਤਾਂ ਜਦੋਂ ਅਸੀਂ ਕਹਿੰਦੇ ਆ ਵਾਕਈ ਸਹੀ ਗੱਲ ਆ ਜਦ ਤੱਕ ਲੜਕੇ ਇਹ ਨਾ ਆਮ ਤੌਰ ਤੇ ਉਹੀ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੇ ਘਰ ਬੇਟੀ ਸ਼ਾਇਦ ਨਹੀਂ ਹੁੰਦੀ ਔਰ ਵਾਕਈ ਇਹ ਕਾਫੀ ਭਾਈ ਨੇ ਬਹੁਤ ਅੱਛੀ ਗੱਲ ਕੀਤੀ ਹੈ ਕਿ ਲੜਕੀਆਂ ਨੂੰ ਪਾਬੰਦੀਆਂ ਲਾਉਣ ਦੀ ਬਜਾਏ ਲੜਕਿਆਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਸਿਖਾਇਆ ਜਾਣਾ ਚਾਹੀਦਾ ਹੈਗਾ ਕਿ ਚਾਹੇ ਉਹ ਦੂਸਰੇ ਦੀ ਬੇਟੀ ਹੈ ਲੇਕਿਨ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਤੁਹਾਨੂੰ ਯਾਦ ਹੋਣਾ ਸੋਤਾ ਸਾਹਿਬ ਮੁਹੱਲੇ ਹੁੰਦੇ ਸੀਗੇ ਕਹਿੰਦੇ ਆ ਨਾ ਬੇਟੀ ਪਿੰਡ ਦੀ ਸਾਰੇ ਦੀ ਉਹ ਬੇਟੀ ਹੁੰਦੀ ਹੈ ਬਿਲਕੁਲ ਉਹ ਸੋਚ ਜਿਹੜੀ ਹੈ ਨਾ ਇਹ ਕੋਠੀਆਂ ਨੇ ਕਿਤੇ ਜਿਹੜੀਆਂ ਮਿਲਵਰਤਨ ਨਹੀਂ ਰਿਹਾ ਹੈਗਾ ਲੇਕਿਨ ਇਹ ਜ਼ਰੂਰੀ ਹੈ ਐਕਚੁਅਲੀ ਆਪਾਂ ਕਹਿ ਤਾਂ ਰਹੇ ਹਾਂ ਠੀਕ ਹੈ ਗੱਲਾਂ ਲੇਕਿਨ ਵਾਪਸ ਇੱਥੇ ਆ ਰਹੇ ਹਾਂ ਆਪਾਂ ਦੁਬਾਰਾ ਜਾਗਰੂਕ ਹੋ ਰਿਹਾ ਸਾਡਾ ਸਮਾਂ ਆਉਣਾ ਪੈਣਾ
ਪਰਮਾਤਮਾ। ਸੋ ਬਹੁਤ ਵਧੀਆ ਸਾਗਰ ਸਾਹਿਬ ਨੇ ਉਸ ਬੱਚੀ ਬਾਰੇ, ਧੀ ਬਾਰੇ ਗੱਲਾਂ ਕੀਤੀਆਂ ਨੇ। ਮੈਂ ਲਾਸਟ ਵਿੱਚ ਕੌਫੀ ਜੀ ਕੋਲ ਚੱਲਦਾ ਔਰ ਉਹਨਾਂ ਦੀ ਲਿਖੀ ਹੋਈ ਰਚਨਾ ਦਾ ਆਨੰਦ ਲੈਂਦੇ ਹਾਂ। ਕੌਫੀ ਜੀ ਕੀ ਪੜ੍ਹਾ ਰਹੇ ਹੋ, ਸੱਚ ਕੀ ਸੁਣਾ ਰਹੇ ਹੋ? ਮੈਂ ਕਵਿਤਾ ਦਾ ਮੀਨਿੰਗ ਹੀ ਸਮਝਾ ਰਿਹਾ जी। मेरी कविता का शीर्षक भी कविता है कि जिस तरह से इस महफिल च इकट्ठे हुए इस तरह ही हर महीने इकट्ठे होंगे तो उत्थों दी कविता का जन्म होया। अच्छा जी। जी कि चाय बनाने वाली की पत्नी ने अपने पति से पूछा कि हर महीने जो लोग आते हैं और कविता कविता चिल्लाते हैं, आखिर ये कविता होती क्या है? क्या बात है। कि चाय बनाने वाले की पत्नी ने अपने पति से पूछा कि हर महीने जो लोग आते हैं और कविता कविता चिल्लाते हैं, आखिर ये कविता होती क्या है? चाय बनाने वाले ने अपने अंदाज में समझाया, अपनी पत्नी को बताया कि कुछ लोग आते हैं, कभी सरकार पे, कभी भ्रष्टाचार पे, कभी महंगाई पे, कभी लुगाई पे, चिल्लाते हैं, एक दूसरे की वाह वाह करते हैं और घर चले जाते हैं। आखिर कविता होती क्या है? कलम से निकली हुई चंद शब्द। आखिर कविता होती क्या है? कलम से निकली हुई चंद शब्द। कविता का देख अपमान मैं सह न पाया, मैंने उस चाय वाले को अपने पास बुलाया। कविता का देख अपमान मैं सह न पाया, मैंने उस चाय वाले को अपने पास बुलाया। मैंने कहा मेरे दोस्त, कविता कलम से निकली हुई चंद शब्द नहीं होते। कविता कलम से निकले हुए चंद शब्द नहीं होते, कविता दिल से निकल के दिल को छूने वाली भाषा है। बहुत अच्छा। कविता दिल से निकल के दिल को छूने वाली भाषा है। कविता एक आशा है, कविता रोतों को हंसाती है। बहुत अच्छा। कविता रोतों को हंसाती है, कविता भूलों को राह दिखाती है। कविता गरीब की मुस्कान है, अमीर के आंसू हैं। कविता गरीब की मुस्कान है, अमीर के आंसू हैं। और कविता जब रण में सुनाई जाती है तो जीत निश्चित हो जाती है। बहुत अच्छा। बहुत अच्छा। कविता जब रण में सुनाई जाती है तो जीत निश्चित हो जाती है। कविता कलम से निकले हुए चंद शब्द नहीं होते। कविता कलम से निकले हुए चंद शब्द नहीं होते। कविता ईश्वर की सौगात है। हाँ, कविता सच में ईश्वर की बहुत सौगात अच्छा। बहुत अच्छा, बहुत अच्छा। सो दोस्तों, ਅੰਮ੍ਰਿਤਪਾਲ ਜੀ ਦੇ ਕੋਲੋਂ ਮਾਈਕ ਲੈਣ ਨੂੰ ਦਿਲ ਤਾਂ ਨਹੀਂ ਕਰਦਾ, ਪਰ ਸਮਾਂ ਜਿਹੜਾ ਹੈ ਹੁਣ ਅੱਗੇ ਤੋਰਦੇ ਹਾਂ ਜੀ ਇਸ ਪ੍ਰੋਗਰਾਮ ਨੂੰ।